ਬੱਚੋ ਸਤਿ ਸ਼੍ਰੀ ਅਕਾਲ। ਜਿਹੜੀ ਹੈ ਨਾ ਉਹ ਬਹੁਤ ਕਰਮਾਂ ਦੇ ਨਾਲ ਮਿਲਦੀ ਹੈ। ਕੋਈ ਧਨ ਦੀ ਕਰਦਾ ਹੈ, ਕੋਈ ਮਨ ਦੀ ਕਰਦਾ ਹੈ, ਕੋਈ ਧਨ ਦੀ ਕਰਦਾ ਹੈ। ਠੀਕ ਹੈ ਜੀ। ਸੇਵਾ ਦਾ ਅਲੱਗ-ਅਲੱਗ ਰੂਪ ਹੈ, ਕਿਸੇ ਵੀ ਰੂਪ ਦੇ ਵਿੱਚ ਕੀਤੀ ਜਾ ਸਕਦੀ ਹੈ। ਬਹੁਤ ਦੁਨੀਆ ਦੇ ਵਿੱਚ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਸੇਵਾ ਦੇ ਨਾਮ ਦੇ ਉੱਤੇ ਆਪਣਾ ਬਹੁਤ ਨਾਮ ਕਮਾਇਆ ਹੈ। ਜਿਵੇਂ ਭਗਤ ਪੂਰਨ ਸਿੰਘ, ਰਵੀ ਸਿੰਘ। ਰਵੀ ਸਿੰਘ ਦੀ ਫੋਟੋ ਤਾਂ ਇੱਕ ਦੇਸ਼ ਨੇ ਆਪਣੇ ਕਰੰਸੀ ਦੇ ਉੱਤੇ ਵੀ ਛਾਪ ਦਿੱਤੀ ਆ। ਤਾਂ ਉਸੇ ਤਰੀਕੇ ਦੇ ਨਾਲ ਅਸੀਂ ਜਿਹੜਾ ਅੱਜ ਲੈਸਨ ਪੜ੍ਹਾਂਗੇ ਉਹ ਇਹੀ ਇੱਕ ਸੇਵਾ ਦੇ ਪੁੰਜ ਦੀ ਮੂਰਤ ਮਦਰ ਟੈਰੇਸਾ। ਅਸੀਂ ਉਹਨਾਂ ਦੇ ਬਾਰੇ ਅੱਜ ਜਾਣਕਾਰੀ ਪ੍ਰਾਪਤ ਕਰਾਂਗੇ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਵਾਂਗੇ। ਤੇ ਆਓ ਫਿਰ ਪੜ੍ਹਦੇ ਹਾਂ ਤੁਹਾਡਾ ਲੈਸਨ ਨੰਬਰ 12 ਮਦਰ ਟੈਰੇਸਾ। ਨੀਲੀ ਕੰਨੀ ਵਾਲੀ ਸਫੇਦ ਸਾੜੀ ਵਿੱਚ ਲਿਪਟੀ ਮਦਰ ਟੈਰੇਸਾ ਨੂੰ ਕੌਣ ਨਹੀਂ ਜਾਣਦਾ, ਜਿਸ ਨੇ ਆਪਣੀ ਅਣਥੱਕ ਸੇਵਾ ਨਾਲ ਸਾਰੀ ਮਨੁੱਖਤਾ ਦਾ ਦਿਲ ਜਿੱਤ ਲਿਆ। ਇਹਨਾਂ ਦੇ ਲੋਕਾਂ ਪ੍ਰਤੀ ਪਿਆਰ ਭਰੇ ਰਵੱਈਏ ਕਾਰਨ ਹੀ ਇਹਨਾਂ ਨੂੰ ਮਦਰ ਕਿਹਾ ਜਾਂਦਾ ਹੈ। ਇੱਕ ਛੋਟੇ ਜਿਹੇ ਕੱਦ, ਪਤਲੇ ਜਿਹੇ ਬਜ਼ੁਰਗ ਔਰਤ ਦੇਖਣ ਨੂੰ ਮਮਤਾ ਦੀ ਮੂਰਤੀ ਲੱਗਦੀ ਹੈ। ਤੁਸੀਂ ਆਮ ਨਾਰਮਲੀ ਮਦਰ ਟੈਰੇਸਾ ਦਾ ਜਨਮ 27 ਅਗਸਤ 1910 ਈਸਵੀ ਨੂੰ ਯੂਗੋਸਲਾਵੀਆ ਦੇ ਇੱਕ ਪ੍ਰਸਿੱਧ ਸ਼ਹਿਰ ਸਕੋਪੋਲੇ ਵਿੱਚ ਹੋਇਆ। ਇਹਨਾਂ ਦਾ ਬਚਪਨ ਦਾ ਨਾਂ ਐਗਨਸ ਗੋਵਾਂਸਾਵੇ ਜ਼ਾਯੂ ਸੀ। ਇਹਨਾਂ ਦੇ ਪਿਤਾ ਇੱਕ ਸਟੋਰ ਕੀਪਰ ਦੀ ਨੌਕਰੀ ਕਰਦੇ ਸਨ। ਮਿਸ਼ਨਰੀਆਂ ਦੁਆਰਾ ਕੀਤੇ ਜਾਂਦੇ ਪਰਉਪਕਾਰ ਅਤੇ ਸੇਵਾ ਦੇ ਕੰਮਾਂ ਨੇ ਇਹਨਾਂ ਦੇ ਮਨ ਤੇ ਡੂੰਘਾ ਅਸਰ ਪਾਇਆ। ਇਸ ਲਈ ਇਹਨਾਂ ਨੇ ਬਚਪਨ ਤੋਂ ਹੀ ਆਪਣੇ ਆਪ ਨੂੰ ਸੇਵਾ ਭਾਵਨਾ ਵਿੱਚ ਲਗਾ ਦਿੱਤਾ। ਕੋਈ ਨਾ ਕੋਈ ਐਸਾ ਅਜੇ 12 ਸਾਲ ਦੀ ਹੀ ਸੀ ਕਿ ਉਸ ਨੇ ਪਹਿਲਾਂ ਪਾਦਰੀ ਬਣਨ ਲਈ ਮਨ ਬਣਾ ਲਿਆ। ਪਾਦਰੀ, ਜਿਹਨੂੰ ਤੁਸੀਂ ਸਿਸਟਰ ਦੇ ਨਾਮ ਨਾਲ ਯਾਦ ਕਰਦੇ ਹੋ। 18 ਸਾਲ ਦੀ ਭਰੀ ਜਵਾਨੀ ਦੀ ਉਮਰ ਵਿੱਚ ਉਸਨੇ ਆਇਰਿਸ਼ ਸੰਸਥਾ ਵਿੱਚ ਜਾ ਕੇ ਮਹਿਲਾ ਪਾਦਰੀ ਦਾ ਪਹਿਰਾਵਾ ਸਜਾ ਲਿਆ, ਭਾਵ ਈਸਾਈਆਂ ਦੇ ਅੰਦਰ ਮਿਸ਼ਨਰੀ ਬਣ ਗਈ। ਸੰਸਥਾ ਨੇ ਇਸ ਮਹਿਲਾ ਪਾਦਰੀ ਨੂੰ 28 ਨਵੰਬਰ 1929 ਈਸਵੀ ਨੂੰ ਧਰਮ ਪ੍ਰਚਾਰ ਹਿਤ ਕਲਕੱਤੇ ਭਾਵ ਭਾਰਤ ਵਿੱਚ ਭੇਜ ਦਿੱਤਾ। ਕਲਕੱਤੇ ਆ ਕੇ ਐਗਨਸ ਨੇ ਅਧਿਆਪਕਾ ਦਾ ਕਿੱਤਾ ਅਪਣਾਇਆ। ਉਹ ਇੱਕ ਅਜਿਹੇ ਸਕੂਲ ਵਿੱਚ ਜਾਂਦੀ ਜਿਹੜਾ ਸ਼ਹਿਰ ਦੀ ਬਹੁਤ ਜ਼ਿਆਦਾ ਗੰਦੀ ਆਬਾਦੀ ਵਿੱਚ ਸਥਿਤ ਸੀ। ਉਹ ਇਸ ਸਕੂਲ ਵਿੱਚ ਭੂਗੋਲ ਦਾ ਵਿਸ਼ਾ ਪੜ੍ਹਾਉਂਦੀ ਸੀ। ਪਿੱਛੋਂ ਇਸੇ ਸਕੂਲ ਵਿੱਚ ਉਹ ਪ੍ਰਿੰਸੀਪਲ ਬਣ ਗਈ। ਇਸੇ ਪਦਵੀ ਤੇ ਉਸ ਨੇ ਕਈ ਸਾਲ ਕੰਮ ਕੀਤਾ। 1931 ਵਿੱਚ ਉਸ ਨੇ ਆਪਣਾ ਉਪਨਾਮ ਟੈਰੇਸਾ ਰੱਖ ਲਿਆ। ਨਾਮ ਬਦਲ ਗਿਆ, ਪਹਿਲਾਂ ਐਗਨਸ ਸੀਗਾ। ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਅੱਗੇ ਆਪਾਂ ਚੱਲਦੇ ਹਾਂ। ਮਦਰ ਟੈਰੇਸਾ ਦਾ ਮਨ ਹਰ ਵੇਲੇ ਲੋਕ ਸੇਵਾ ਵੱਲ ਹੀ ਝੁਕਿਆ ਰਹਿੰਦਾ ਸੀ। ਉਹ ਆਪਣਾ ਸਾਰਾ ਜੀਵਨ ਲੋਕ ਸੇਵਾ ਵੱਲ ਲਗਾਉਣ ਤੇ ਹੀ ਤੁਲੀ ਹੋਈ ਸੀ। ਕਹਿੰਦੇ ਹਨ ਕਿ ਉਸਦੇ ਅੰਦਰੋਂ ਹੀ ਇਹ ਆਵਾਜ਼ ਉੱਠੀ ਸੀ ਕਿ ਉਸ ਨੂੰ ਸਭ ਕੁਝ ਛੱਡ ਕੇ ਲੋਕ ਸੇਵਾ ਵੱਲ ਜੁਟ ਜਾਣਾ ਚਾਹੀਦਾ ਹੈ, ਕਿਉਂਕਿ ਇਹ ਪਹਿਲਾਂ ਵੀ ਕਿਹਾ ਵੀ ਕਰਮਾਂ ਦੇ ਨਾਲ ਆਉਂਦੀ ਹੈ, ਕਿਸੇ ਕਿਸੇ ਦੇ ਲੇਖੇ ਆਉਂਦੀ ਆ। ਠੀਕ ਹੈ ਜੀ। ਪਰ ਇਹਨਾਂ ਦੀ ਜ਼ਿੰਦਗੀ 'ਚ ਸੀ। ਸੰਨ 1946 ਵਿੱਚ ਟੈਰੇਸਾ ਦੇ ਜੀਵਨ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਦਾ ਉਸਦੇ ਮਨ ਤੇ ਬਹੁਤ ਹੀ ਡੂੰਘਾ ਪ੍ਰਭਾਵ ਪਿਆ। ਮੈਂ ਪਹਿਲਾਂ ਹੀ ਕਿਹਾ ਵੀ ਕੋਈ ਟਰਨਿੰਗ ਪੁਆਇੰਟ ਹੁੰਦਾ ਜਦੋਂ ਇਨਸਾਨ ਦੀ ਜ਼ਿੰਦਗੀ ਬਦਲ ਜਾਂਦੀ ਆ। ਇਸ ਘਟਨਾ ਨੇ ਉਹਨਾਂ ਦੇ ਜੀਵਨ ਦੇ ਦ੍ਰਿਸ਼ਟੀਕੋਣ ਨੂੰ ਬਦਲ ਕੇ ਹੀ ਰੱਖ ਦਿੱਤਾ। ਟੈਰੇਸਾ ਹਰ ਸਾਲ ਦੀ ਤਰ੍ਹਾਂ ਸੈਰ ਸਪਾਟੇ ਵਾਸਤੇ ਦਾਰਜਲਿੰਗ ਆਈ ਹੋਈ ਸੀ। ਉਹ ਹਵਾਖੋਰੀ ਲਈ ਭਾਵ ਸੈਰ ਕਰਨ ਵਾਸਤੇ ਆਈ ਲਈ ਇੱਕ ਘਰੋਂ ਬਾਹਰ ਨਿਕਲੀ। ਅਚਾਨਕ ਹੀ ਉਸ ਨੂੰ ਸੜਕ ਦੇ ਕਿਨਾਰੇ ਇੱਕ ਬੇਸਹਾਰਾ ਤੇ ਦੁਖੀ ਔਰਤ ਮਿਲ ਗਈ। ਇੱਥੇ ਲਿਖਿਆ ਬੁੱਢੀ। ਉਹ ਇਸਤਰੀ ਸਖਤ ਬਿਮਾਰ ਸੀ। ਉਹ ਆਪਣੀ ਬਿਮਾਰੀ ਦੀ ਪੀੜ ਨਾਲ ਕੁਰਲਾ ਰਹੀ ਸੀ। ਟੈਰੇਸਾ ਤੋਂ ਉਸ ਇਸਤਰੀ ਦਾ ਦੁੱਖ ਵੇਖਿਆ ਨਾ ਗਿਆ। ਉਸਦੇ ਦਿਲ ਤੇ ਗਹਿਰੀ ਸੱਟ ਵੱਜੀ। ਉਹ ਤਰਸ ਦੀ ਭਾਵਨਾ ਨਾਲ ਉਸ ਨੂੰ ਹਸਪਤਾਲ ਚੁੱਕ ਕੇ ਲੈ ਗਈ। ਹਸਪਤਾਲ ਵਿੱਚ ਉਸ ਨੇ ਵੀ ਉਸ ਬੁੱਢੀ ਤੇ ਕੋਈ ਤਰਸ ਨਾ ਖਾਧਾ। ਹਸਪਤਾਲ ਵਾਲਿਆਂ ਨੇ ਉਹ ਹੋਰ ਹਸਪਤਾਲਾਂ ਦੇ ਡਾਕਟਰਾਂ ਕੋਲ ਵੀ ਗਈ, ਪਰੰਤੂ ਉਸ ਬੁੱਢੀ ਦਾ ਇਲਾਜ ਕਰਨ ਲਈ ਕੋਈ ਵੀ ਤਿਆਰ ਨਾ ਹੋਇਆ। ਉਹ ਦੁੱਖ ਨਾਲ ਕੁਰਲਾ ਉੱਠੀ। ਜਦੋਂ ਟੈਰੇਸਾ ਨੇ ਹਸਪਤਾਲ ਦੇ ਡਾਕਟਰਾਂ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਤੁਸੀਂ ਕਿੱਦਾਂ ਦੇ ਡਾਕਟਰ ਹੋ, ਮਰੀਜ਼ ਸਾਹਮਣੇ ਤੜਫ ਮਰ ਰਿਹਾ ਪਰ ਤੁਸੀਂ ਪੱਥਰ ਦਿਲ ਬਣੇ ਹੋਏ ਹੋ, ਕੀ ਮਰੀਜ਼ ਦਾ ਇਲਾਜ ਕਰਨਾ ਤੁਹਾਡਾ ਫਰਜ਼ ਨਹੀਂ? ਮਦਰ ਟੈਰੇਸਾ ਦੀਆਂ ਲਾਹਨਤਾਂ ਤੋਂ ਸ਼ਰਮਿੰਦਾ ਹੋਏ ਡਾਕਟਰਾਂ ਨੇ ਉਸ ਬੁੱਢੀ ਔਰਤ ਦਾ ਇਲਾਜ ਕਰਨਾ ਸਵੀਕਾਰ ਕਰ ਲਿਆ, ਪਰੰਤੂ ਉਸਦੇ ਰੋਗ ਇੱਥੋਂ ਤੱਕ ਵੱਧ ਚੁੱਕਾ ਸੀ ਕਿ ਕੋਈ ਵੀ ਦਵਾ ਦਾਰੂ ਉਸ ਇਸਤਰੀ ਨੂੰ ਬਚਾ ਨਾ ਸਕੀ। ਉਹ ਰੱਬ ਨੂੰ ਪਿਆਰੀ ਹੋ ਗਈ। ਇਸ ਘਟਨਾ ਦਾ ਟੈਰੇਸਾ ਦੇ ਮਨ ਤੇ ਡੂੰਘਾ ਅਸਰ ਪਿਆ ਤੇ ਜਿਸ ਕਰਕੇ ਉਸਨੇ ਆਪਣੇ ਸਾਰੇ ਸੁੱਖ ਤਿਆਗ ਕੇ ਟੈਰੇਸਾ ਤੋਂ ਮਦਰ ਟੈਰੇਸਾ ਬਣ ਗਈ। ਜ਼ਿੰਦਗੀ ਦੇ ਵਿੱਚ ਕੋਈ ਟਰਨਿੰਗ ਪੁਆਇੰਟ ਐਸਾ ਹੁੰਦਾ ਜਦੋਂ ਇਨਸਾਨ ਦੀ ਜ਼ਿੰਦਗੀ ਬਦਲ ਜਾਂਦੀ ਆ। ਪੰਜਾਬ ਦੇ ਵਿੱਚ ਪਟਿਆਲੇ 'ਚ ਬਹੁਤ ਉਦਾਹਰਨਾਂ ਹੈਗੀਆਂ ਨੇ। ਦਸੌਂਧੀ ਰਾਮ ਵੀਰ ਜੀ ਦੇ ਨਾਮ ਇਸ ਦੇ ਨਾਮ ਜੁੜਿਆ ਜਾਂਦਾ। ਰਵੀ ਸਿੰਘ ਇਹਨਾਂ ਦੇ ਨਾਮ ਜੋੜਿਆ ਜਾਂਦਾ।
ਜਿਨ੍ਹਾਂ ਨੇ ਬਹੁਤ ਇਹੋ ਜਿਹੇ ਮੂਰਤੇ ਪੁੰਜ ਨੇ ਜਿਹੜੇ ਸੇਵਾ ਦੇ ਪੁੰਜਾਂ ਨਾਲ ਗਿਣੇ ਜਾਂਦੇ ਨੇ। ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਮਦਰ ਨੇ ਆਪਣੀ ਨੌਕਰੀ ਛੱਡ ਦਿੱਤੀ ਤੇ ਗਰੀਬਾਂ ਦੀ ਸੇਵਾ ਕਰਨ ਦਾ ਮਨ ਬਣਾ ਲਿਆ। ਉਸਨੇ ਸਾਰੇ ਸੁੱਖ ਤਿਆਗ ਕੇ ਆਪਣਾ ਸਾਰਾ ਜੀਵਨ ਗਰੀਬ ਤੇ ਅਨਾਥ ਰੋਗੀਆਂ ਲਈ ਅਰਪਣ ਕਰ ਦਿੱਤਾ। ਉਹ ਗਰੀਬਾਂ ਦੀ ਦੁਨੀਆ ਵਿੱਚ ਜਾ ਕੇ ਰਹਿਣ ਲੱਗੀ ਤੇ ਉਹਨਾਂ ਦੀ ਸੇਵਾ ਵਿੱਚ ਤਨੋ ਮਨੋ ਜੁਟ ਪਈ। ਉਸ ਘੜੀ ਤੋਂ ਉਸਨੇ ਸਾਰਾ ਸਮਾਂ ਗਰੀਬ ਰੋਗੀਆਂ, ਅਨਾਥ ਬੱਚਿਆਂ, ਕੋੜੀਆਂ ਤੇ ਦੁਰਕਾਰੇ ਹੋਏ ਬੱਚਿਆਂ ਦੀ ਸੇਵਾ ਵਿੱਚ ਲਗਾ ਦਿੱਤਾ। ਉਸਨੇ ਭੁੱਖਿਆਂ ਨੂੰ ਰੋਟੀ ਦਿੱਤੀ, ਪਿਆਸਿਆਂ ਨੂੰ ਪਾਣੀ, ਨਿਥਾਵਿਆਂ ਨੂੰ ਥਾਂ, ਡਿੱਗਦਿਆਂ ਨੂੰ ਸਹਾਰਾ ਦਿੱਤਾ। ਉਹ ਗੰਦੇ ਜ਼ਖਮਾਂ ਨੂੰ ਸਾਫ਼ ਕਰਕੇ ਪੱਟੀਆਂ ਕਰਦੀ। ਉਸ ਨੇ ਕੂੜੇ ਦੇ ਢੋਲਾਂ ਵਿੱਚੋਂ ਬੱਚਿਆਂ ਨੂੰ ਚੁੱਕ ਕੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ। ਜੀਵਨ ਤੋਂ ਉਪਰਾਮ ਹੋਇਆਂ ਨੂੰ ਗਲ ਨਾਲ ਲਾਇਆ, ਅਨਾਥਾਂ ਨੂੰ ਕੁੱਛੜ ਚੁੱਕ ਕੇ ਪਿਆਰ ਦਿੱਤਾ, ਸਰਬਤ ਦਾ ਭਲਾ ਮੰਗਿਆ ਤੇ ਦੁਖੀਆਂ ਲਈ ਪ੍ਰਾਰਥਨਾ ਕੀਤੀ। ਇਸ ਤਰ੍ਹਾਂ ਮਦਰ ਟੈਰੇਸਾ ਮੌਤ ਕਿਨਾਰੇ ਖਲੋਤੇ ਲੋਕਾਂ ਲਈ ਲੋਹ ਅਰਥਾਤ ਆਸ ਦਾ ਚਿੰਨ੍ਹ ਬਣ ਕੇ ਉੱਭਰੀ। ਲੋਹ ਦਾ ਮਤਲਬ ਹੁੰਦਾ ਹੈ ਰੋਸ਼ਨੀ। ਠੀਕ ਹੈ ਜੀ। ਇਹ ਟੈਰੇਸਾ ਨੇ ਇਸ ਤਰੀਕੇ ਨਾਲ ਲੋਕਾਂ ਦੇ ਲਈ ਭਲਾਈ ਦਾ ਕੰਮ ਕਰਨਾ ਉਹਨੇ ਸ਼ੁਰੂ ਕਰਤਾ। ਮਦਰ ਟੈਰੇਸਾ ਲੋਕ ਸੇਵਾ ਨੂੰ ਪ੍ਰਭੂ ਈਸਾ ਨੂੰ ਦਿੱਤੀ ਹੋਈ ਪ੍ਰੇਰਨਾ ਮੰਨਦੀ ਹੈ। ਇਸੇ ਲਈ ਉਸਨੇ ਈਸਾ ਦੇ ਸੰਦੇਸ਼ਾਂ ਨੂੰ ਆਪਣੇ ਜੀਵਨ ਦਾ ਉਦੇਸ਼ ਬਣਾ ਲਿਆ। ਯਿਸੂ ਮਸੀਹ ਕਹਿੰਦੇ ਹਨ ਕਿ ਜਦੋਂ ਟੈਰੇਸਾ ਨੇ ਇਹ ਮਹਾਨ ਕਾਰਜ ਆਰੰਭਿਆ ਉਸ ਕੋਲ ਸਿਰਫ 5 ਰੁਪਏ ਸੀ। ਇਹੀ 5 ਰੁਪਏ ਬਾਅਦ ਵਿੱਚ ਉਹਨਾਂ ਦੀ ਨਿਸ਼ਕਾਮ ਸੇਵਾ ਸਦਕਾ ਕਰੋੜਾਂ ਰੁਪਇਆਂ ਵਿੱਚ ਬਦਲ ਗਏ। ਉਸਨੇ ਇਸ ਕੰਮ ਵਾਸਤੇ ਕਿਸੇ ਇਮਾਰਤ ਦੀ ਲੋੜ ਮਹਿਸੂਸ ਨਹੀਂ ਕੀਤੀ, ਕਿਸੇ ਦਾ ਸਾਥ ਨਹੀਂ ਮੰਗਿਆ ਤੇ ਨਾ ਕਿਸੇ ਤੋਂ ਚੰਦਾ ਲਿਆ। ਉਸਨੇ ਰੱਬ ਨੂੰ ਮਨ ਵਿੱਚ ਧਾਰ ਕੇ ਸਿੱਧੇ ਹੀ ਇੱਕ ਦਰਖਤ ਦੀ ਛਾਂ ਹੇਠ ਬੈਠ ਇਹ ਕਾਰਜ ਆਰੰਭ ਕਰਤਾ। ਉਸ ਦੀ ਹਿੰਮਤ ਵੇਖ ਕੇ ਬਹੁਤ ਸਾਰੇ ਲੋਕ ਅੱਗੇ ਆ ਗਏ। ਕਿਸੇ ਨੇ ਹੱਥੀਂ ਸੇਵਾ ਕੀਤੀ, ਕਿਸੇ ਨੇ ਧਨ ਦਿੱਤਾ ਤੇ ਕਿਸੇ ਨੇ ਥਾਂ ਦਿੱਤੀ ਤੇ ਕਿਸੇ ਨੇ ਇਮਾਰਤ ਖੜੀ ਕਰਨ ਲਈ ਪੈਸਾ ਦੇ ਦਿੱਤਾ। ਮੈਂ ਪਹਿਲਾਂ ਹੀ ਕਿਹਾ ਸੇਵਾ 3 ਤਰ੍ਹਾਂ ਦੀ, ਤਨ, ਮਨ ਤੇ ਧਨ ਦੀ। 3 ਤਰ੍ਹਾਂ ਦੀ ਸੇਵਾ ਵਿੱਚ ਲੋਕਾਂ ਨੇ ਹਿੱਸਾ ਪਾ ਦਿੱਤਾ। 1852 ਈਸਵੀ ਵਿੱਚ ਆਪ ਨੇ ਪਹਿਲਾ ਬਾਲ ਭਵਨ ਨਿਰਮਲ ਫਰਾਈਡੇ ਹੋਮ ਦੇ ਨਾਂ ਥੱਲੇ ਖੋਲ੍ਹਿਆ। ਹੌਲੀ ਹੌਲੀ ਅਜਿਹੇ ਬਾਲ ਭਵਨ ਭਾਰਤ ਵਿੱਚ ਹੋਰਨਾਂ ਭਾਗਾਂ ਵਿੱਚ ਵੀ ਖੋਲ੍ਹੇ ਗਏ। 1957 ਵਿੱਚ ਆਸਨਸੋਲ ਵਿਖੇ ਕੋੜੀਆਂ ਦੇ ਰੋਗ ਲਈ ਸ਼ਾਂਤ ਨਗਰ ਦੀ ਸਥਾਪਨਾ ਕੀਤੀ ਗਈ। ਹੋਰ ਨਿਰਮਲ ਹਿਰਦੇ ਭਵਨ ਬਣਾਏ। ਇਹਨਾਂ ਭਵਨਾਂ ਵਿੱਚ ਮੌਤ ਦੇ ਕਿਨਾਰੇ ਖਲੋਤੇ ਰੋਗੀਆਂ ਦੀ ਸੰਭਾਲ ਕੀਤੀ ਜਾਂਦੀ ਸੀ। ਨਿਰਮਲ ਹਿਰਦੇ ਭਵਨ ਦੂਜੇ ਦੇਸ਼ਾਂ ਵਿੱਚ ਵੀ ਖੋਲ੍ਹੇ ਗਏ ਜਿੱਥੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ ਤੇ ਉਹਨਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਂਦਾ ਹੈ। ਠੀਕ ਹੈ ਜੀ। ਇਹ ਉਹਨਾਂ ਨੇ ਇੰਨੇ ਨਿਰਮਲ ਹਿਰਦੇ ਦੇ ਨਾਂ ਆਸ਼ਰਮ ਥੱਲੇ ਇਹਨਾਂ ਨੇ ਇੰਨਾ ਕੰਮ ਕੀਤਾ। ਮਦਰ ਟੈਰੇਸਾ ਦੀ ਆਪਣੀ ਕੋਈ ਸੰਪत्ति ਨਹੀਂ ਸੀ। ਉਹਨਾਂ ਦੀ ਸੰਪत्ति ਸੀ 2 ਧੋਤੀਆਂ ਦੇ ਜੋੜੇ, 1 ਬਾਲਟੀ, 1 ਮੱਗ ਤੇ 1 ਪਲੇਟ। ਬਸ ਇਹ ਉਹਦੀ ਸੰਪत्ति ਸੀ। ਮਦਰ ਟੈਰੇਸਾ ਦੇ ਕੀਤੇ ਗਏ ਮਹਾਨ ਕੰਮਾਂ ਸਦਕਾ ਉਸ ਨੂੰ ਦੁਨੀਆ ਭਰ ਵਿੱਚ ਵੀ ਅਨੇਕਾਂ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। 1962 ਵਿੱਚ ਉਸ ਨੂੰ ਭਾਰਤ ਸਰਕਾਰ ਨੇ ਇਸ ਨੂੰ ਪਦਮ ਸ਼੍ਰੀ ਦੀ ਉਪਾਧੀ ਨਾਲ ਸਨਮਾਨਿਤ ਕੀਤਾ। 1980 ਵਿੱਚ ਆਪ ਨੂੰ ਭਾਰਤ ਰਤਨ ਦੀ ਉਪਾਧੀ ਮਿਲੀ। 1993 ਵਿੱਚ ਆਪ ਨੂੰ ਰਾਜੀਵ ਗਾਂਧੀ ਅਵਾਰਡ ਦਿੱਤਾ ਗਿਆ। ਇਹ 3 ਅਵਾਰਡ ਜਿਹੜੇ ਨੇ ਮਦਰ ਟੈਰੇਸਾ ਨੂੰ ਭਾਰਤ ਵੱਲੋਂ ਮਿਲੇ ਹੋਏ ਨੇ। ਆਪਣੀ ਅਖੀਰੀ ਉਮਰ ਵਿੱਚ ਆ ਕੇ ਮਦਰ ਟੈਰੇਸਾ ਕਈ ਵਾਰ ਬਿਮਾਰ ਹੋਈ। ਭਾਰਤ ਵਾਸੀਆਂ ਨੇ ਇਹਨਾਂ ਦੇ ਇਲਾਜ ਲਈ ਤਨ, ਮਨ, ਧਨ ਲਗਾ ਦਿੱਤਾ, ਪਰੰਤੂ ਅੱਜ ਤੱਕ ਮੌਤ ਨੂੰ ਕੌਣ ਜਿੱਤ ਸਕਿਆ। ਅਖੀਰ 5 ਸਤੰਬਰ 1997 ਨੂੰ ਰਾਤ ਦੇ ਲਗਭਗ 9:30 ਵਜੇ ਇਹ ਮਹਾਨ ਸੇਵਾ ਦੀ ਪੁੰਜ ਦੀ ਮੂਰਤ ਸਾਨੂੰ ਅਲਵਿਦਾ ਕਹਿ ਗਈ। ਕਦੇ ਵੀ ਮਦਰ ਟੈਰੇਸਾ ਦੀਆਂ ਕੁਰਬਾਨੀਆਂ ਨੂੰ ਨਹੀਂ ਭੁਲਾ ਸਕਦੇ। ਸੰਸਾਰ ਦੇ 52 ਦੇਸ਼ਾਂ ਵਿੱਚ 1200 ਤੋਂ ਵੱਧ ਨਿਰਮਲ ਹਿਰਦੇ ਆਸ਼ਰਮ ਨੇ। 2000 ਅਧਿਆਪਕ ਇਹਨਾਂ ਵਿੱਚ ਪੜ੍ਹਾਉਂਦੇ ਨੇ ਤੇ 30,000 ਬੱਚੇ ਪੂਰੇ ਸੰਸਾਰ ਵਿੱਚ ਇਹਨਾਂ ਤੋਂ ਵਿੱਦਿਆ ਪ੍ਰਾਪਤ ਕਰ ਰਹੇ ਨੇ। ਇਸ ਸੀ ਸੇਵਾ ਪੁੰਜ ਦੀ ਮੂਰਤ ਮਦਰ ਟੈਰੇਸਾ, ਜਿਨ੍ਹਾਂ ਦੇ ਜੀਵਨ ਬਾਰੇ ਅਸੀਂ ਅੱਜ ਜਾਣਿਆ ਤੇ ਉਮੀਦ ਕਰਦੇ ਹਾਂ ਕਿ ਅਸੀਂ ਵੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਸੇਵਾ ਦੀ ਭਾਵਨਾ ਜ਼ਰੂਰ ਲੈ ਕੇ ਆਵਾਂਗੇ। ਧੰਨਵਾਦ।